ਉਹ ਖਾਂਦੇ ਪੀਂਦੇ ਮੁੱਲ ਲੈਂਦੇ ਵੇਚਦੇ ਬੀਜ ਦੇ ਘਰ ਬਣਾਉਂਦੇ ਸਨ। ਪਰ ਜਿਸ ਦਿਨ ਲੂਤ ਸਦੂਮ ਤੋਂ ਨਿਕਲਿਆ, ਅੱਗ ਅਤੇ ਗੰਧਕ ਆਕਾਸ਼ੋਂ ਵਰਸੀ ਅਤੇ ਸਭਨਾਂ ਦਾ ਨਾਸ ਕੀਤਾ। ਪ੍ਰਭੂ ਬਹੁਤ ਵੱਡੀ ਕਿਰਪਾ ਦੇਵੇ। ਭਾਈ ਲੋਗੋ, ਅੱਜ ਅਸੀਂ ਦੋ ਥਾਵਾਂ ਤੋਂ ਪੜ੍ਹਨ ਲਈ ਜਾਂਦੇ ਹਾਂ। ਪਹਿਲਾਂ ਕਿ ਅਸੀਂ ਨੂਹ ਦੇ ਦਿਨਾਂ ਨੂੰ ਵੇਖੀਏ, ਜਿਹਦੇ ਬਾਰੇ ਸਾਡੇ ਖੁਦਾਵੰਦ ਯੀਸ਼ੂ ਮਸੀਹ ਨੇ ਕਿਹਾ ਹੈ, ਕਿਉਂਕਿ ਉਹ ਨੂਹ ਦਾ ਵੀ ਪਰਮੇਸ਼ਰ ਹੈ, ਉਹ ਲੂਤ ਦਾ ਵੀ ਪਰਮੇਸ਼ਰ ਹੈ, ਉਹ ਨੂਹ ਦੇ ਦਿਨਾਂ ਦਾ ਵੀ ਪਰਮੇਸ਼ਰ ਹੈ ਅਤੇ ਨੂਹ ਦੇ ਲੂਤ ਦੇ ਦਿਨਾਂ ਦਾ ਵੀ ਉਹ ਪਰਮੇਸ਼ਰ ਹੈ। ਪ੍ਰਭੂ ਬਹੁਤ ਵੱਡੀ ਕਿਰਪਾ ਦੇਵੇ। ਅਸੀਂ ਇਹਨਾਂ ਲਿਖਤਾਂ ਨੂੰ ਲੈਂਦੇ ਹਾਂ। ਸਭ ਤੋਂ ਅਸੀਂ ਪਹਿਲਾਂ ਲਿਖਤ ਨੂੰ ਲਵਾਂਗੇ ਨੂਹ ਦੇ ਦਿਨਾਂ ਦੀ ਲਿਖਤ। ਮੇਰੇ ਅਜੀਜ਼ੋ, ਨੂਹ ਦੇ ਦਿਨਾਂ ਦੀ ਲਿਖਤ ਜਦ ਮੈਂ ਇੱਥੇ ਤੁਹਾਡੇ ਸਾਹਮਣੇ ਖੋਲ ਰਿਹਾ ਹਾਂ ਤੇ ਤੁਸੀਂ ਬੜੇ ਧਿਆਨ ਦੇ ਨਾਲ ਸੁਣਨਾ, ਕਿਉਂਕਿ ਇਹ ਲਿਖਤਾਂ ਹਨ। ਇਹ ਲਿਖਤਾਂ ਹਨ, ਤੁਸੀਂ ਬੜੇ ਧਿਆਨ ਦੇ ਨਾਲ ਸੁਣਨਾ। ਲਿਖਿਆ ਤਾਂ ਇਉਂ ਹੋਇਆ, ਜਦ ਆਦਮੀ ਜ਼ਮੀਨ ਉੱਤੇ ਵਧਣ ਲੱਗ ਪਏ ਔਰ ਉਹਨਾਂ ਤੋਂ ਧੀਆਂ ਜੰਮੀਆਂ, ਤਾਂ ਪਰਮੇਸ਼ਰ ਦੇ ਪੁੱਤਰਾਂ ਨੇ ਆਦਮੀ ਦੀਆਂ ਧੀਆਂ ਨੂੰ ਵੇਖਿਆ, ਭਾਈ ਉਹ ਸੋਹਣੀਆਂ ਹਨ, ਤਦ ਉਹਨਾਂ ਨੇ ਆਪਣੇ ਲਈ ਸਾਰੀਆਂ ਚੁਣੀਆਂ ਹੋਈਆਂ ਵਿੱਚੋਂ ਤੀਵੀਆਂ ਕੀਤੀਆਂ। ਮੇਰਾ ਜੀ, ਜੋ ਅਸੀਂ ਦੇਖਦੇ ਹਾਂ ਕਿ ਨੂਹ ਦੇ ਦਿਨਾਂ ਦੇ ਅੰਦਰ ਦੋ ਵੰਸ਼ਾਵਲੀਆਂ ਆਪੋ ਚੋਂਦੀ ਮਿਲੀਆਂ ਨੇ। ਇੱਕ ਵੰਸ਼ਾਵਲੀ ਜਿਹੜੀ ਹੈ ਉਹ ਕੈਨ ਤੋਂ ਹੈ। ਉਸ ਵੰਸ਼ਾਵਲੀ ਨੂੰ ਅਸੀਂ ਉਤਪਤੀ 4 ਦੀ 16 ਤੋਂ ਪੜ੍ਹਦੇ ਹਾਂ। ਦੂਸਰੀ ਵੰਸ਼ਾਵਲੀ ਜਿਹੜੀ ਹੈ ਉਸ ਨੂੰ ਅਸੀਂ ਉਤਪਤੀ 5 ਤੋਂ ਪੜ੍ਹਦੇ ਹਾਂ। ਇਹ ਦੋ ਵੰਸ਼ਾਵਲੀਆਂ ਨੇ ਜਿਹੜੀਆਂ ਉਤਪਤੀ ਦੇ 6ਵੇਂ ਅਧਿਆਏ ਦੇ ਵਿੱਚ ਆ ਕੇ ਮਿਲ ਰਹੀਆਂ ਨੇ। ਤੋ ਜਿਹੜੀ ਕੈਨ ਦੀ ਵੰਸ਼ਾਵਲੀ ਹੈ, ਇਹ ਸੱਪ ਦੀ ਵੰਸ਼ਾਵਲੀ। ਔਰ ਮੇਰੇ ਅਜੀਜ਼ੋ, ਜਿਹੜੀ ਪਰਮੇਸ਼ਰ ਦੇ ਪੁੱਤਰਾਂ ਦੀ ਵੰਸ਼ਾਵਲੀ ਹੈ, ਇਹ ਆਦਮ ਦੀ ਵੰਸ਼ਾਵਲੀ ਹੈ। ਔਰ ਅਸੀਂ ਇਹਨਾਂ ਦੋਨਾਂ ਨੂੰ ਵੇਖਦੇ ਹਾਂ ਔਰ ਦੱਸਣਾ ਚਾਹੁੰਦਾ ਹਾਂ ਕਿ ਕੈਨ ਦੀ ਵੰਸ਼ਾਵਲੀ ਜਿਹੜੀ ਹੈ ਉਹ ਆਦਮ ਦੀ ਵੰਸ਼ਾਵਲੀ ਵਿੱਚ ਲਿਖੀ ਨਹੀਂ ਗਈ, ਪਰ ਇੱਕ ਵੰਸ਼ਾਵਲੀ। ਪ੍ਰਭੂ ਤੁਹਾਨੂੰ ਬਹੁਤ ਵੱਡੀ ਕਿਰਪਾ ਦੇਵੇ। ਇਹ ਦੋ ਵੰਸ਼ਾਵਲੀਆਂ ਜਦ ਮਿਲਦੀਆਂ ਨੇ, ਆਦਮੀ ਦੀਆਂ ਧੀਆਂ ਔਰ ਪਰਮੇਸ਼ਰ ਦੇ ਪੁੱਤਰ, ਆਦਮੀ ਦੀਆਂ ਧੀਆਂ ਔਰ ਪਰਮੇਸ਼ਰ ਦੇ ਪੁੱਤਰ ਜਦ ਆਪਸ ਵਿੱਚ ਮਿਲਦੇ ਨੇ ਤੇ ਆਦਮ ਦੇ ਪੁੱਤਰ, ਪਰਮੇਸ਼ਰ ਦੇ ਪੁੱਤਰ ਆਦਮੀ ਦੀਆਂ ਧੀਆਂ ਨੂੰ ਵੇਖਦੇ ਨੇ, ਭਾਈ ਉਹ ਸੋਹਣੀਆਂ ਹਨ।
ਮੇਰੇ ਅਜੀਜ਼ੋ, ਆ ਦੋ ਗੱਲਾਂ ਮੈਂ ਤੁਹਾਡੇ ਸਾਹਮਣੇ ਜ਼ਰੂਰ ਰੱਖਣਾ ਚਾਹੁੰਦਾ ਹਾਂ ਕਿ ਜਿਹੜੇ ਸਾਡੇ ਦਿਨ ਨੇ ਉਹ ਨੂੰਹ ਦੇ ਦਿਨ ਨੇ। ਨੂੰਹ ਦੇ ਦਿਨ ਜਿਹੜੇ ਨੇ ਉਹ ਸਾਡੇ ਦਿਨ ਨੇ, ਔਰ ਜੋ ਕੁਝ ਨੂੰਹ ਦੇ ਦਿਨਾਂ ਵਿੱਚ ਹੋਇਆ ਹੈ ਉਹ ਸਾਡੇ ਦਿਨਾਂ ਵਿੱਚ ਹੋ ਰਿਹਾ ਹੈ। ਅੱਜ ਔਰਤਾਂ ਆਪਣੇ ਆਪ ਨੂੰ ਬਹੁਤ ਹੀ ਖੂਬਸੂਰਤ ਬਣਾਉਣ ਦੇ ਲਈ ਅੱਜ ਕਿਸ ਤਰ੍ਹਾਂ ਕੀ ਉਹਨਾਂ ਨੂੰ ਕਹਿੰਦੇ ਨੇ, ਉਹ ਅਸੀਂ ਦੇਖਦੇ ਹਾਂ ਬਿਊਟੀ ਪਾਰਲਰ ਖੋਲੇ ਜਾਂਦੇ ਨੇ ਔਰਤਾਂ ਦੇ ਲਈ ਕਿ ਉਹਨਾਂ ਨੂੰ ਹੋਰ ਖੂਬਸੂਰਤ ਬਣਾ ਦਿੱਤਾ ਜਾਵੇ। ਔਰ ਅਸੀਂ ਦੇਖਦੇ ਹਾਂ ਕਿ ਔਰਤਾਂ ਆਪਣੇ ਸਿਰ ਮੁੰਨਵਾ ਰਹੀਆਂ ਨੇ, ਵਾਲ ਕਟਾ ਰਹੀਆਂ ਨੇ, ਔਰ ਕੀ ਕੁਝ ਕਰ ਰਹੀਆਂ ਨੇ। ਇਹੀ ਕੁਝ ਨੂੰਹ ਦੇ ਦਿਨਾਂ ਵਿੱਚ ਹੋਇਆ ਸੀ, ਔਰ ਜੋ ਕੁਝ ਨੂੰਹ ਦੇ ਦਿਨਾਂ ਵਿੱਚ ਹੋਇਆ ਸੀ ਉਹ ਪਾਪ ਹੀ ਹੋਇਆ ਸੀ, ਹੋਰ ਚੰਗੀ ਗੱਲ ਕੋਈ ਨਹੀਂ ਸੀ ਹੋਈ। ਇਸ ਕਰਕੇ ਅਸੀਂ ਵੇਖਦੇ ਹਾਂ ਕਿ ਅੱਜ ਦੇ ਦਿਨਾਂ ਵਿੱਚ ਭਾਵੇਂ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਧਰਮੀ ਕਹਿ ਰਹੇ ਨੇ, ਪਰ ਹਾਲਾਤ ਜਿਹੜੇ ਨੇ ਉਹ ਬੜੇ ਮਾੜੇ ਹਾਲਾਤ ਨੇ। ਪ੍ਰਭੂ ਕਿਰਪਾ ਦੇਵੇ। ਦੱਸਣਾ ਚਾਹੁੰਦਾ ਹਾਂ, ਨੂੰਹ ਦੇ ਦਿਨ ਵਿੱਚ ਜੋ ਕੁਝ ਹੋਇਆ ਉਹ ਸਾਡੇ ਦਿਨਾਂ ਵਿੱਚ ਹੋ ਰਿਹਾ ਹੈ। ਇਸੇ ਕਰਕੇ ਨੂੰਹ ਦੇ ਦਿਨਾਂ ਵਿੱਚ ਜਦੋਂ ਜੋ ਕੁਝ ਹੋਇਆ ਔਰ ਖੁਦਾ ਬੜਾ ਦੁਖੀ ਸੀ, ਯਹੋਵਾ ਪਰਮੇਸ਼ਰ ਬੜਾ ਦੁਖੀ ਸੀ। ਔਰ ਮੈਂ ਤੁਹਾਡੇ ਸਾਹਮਣੇ 6 ਦੀ 5 ਰੱਖਣੀ ਚਾਹੁੰਦਾ। ਫੇਰ ਯਹੋਵਾ ਨੇ ਆਖਿਆ, ਵੇਖਿਆ ਕਿ ਆਦਮੀ ਦੀ ਬੁਰਾਈ ਧਰਤੀ ਦੇ ਉੱਤੇ ਵੱਧ ਗਈ। ਧਾਰਮਿਕਤਾ ਨਹੀਂ, ਖੁਦਾ ਨੇ ਨੂੰਹ ਦੇ ਦਿਨਾਂ ਵਿੱਚ ਵੇਖਿਆ ਕਿ ਆਦਮੀ ਦੀ ਬੁਰਾਈ ਧਰਤੀ ਦੇ ਉੱਤੇ ਵੱਧ ਗਈ। ਔਰ ਖੁਦਾ ਕਹਿ ਰਿਹਾ ਹੈ ਕਿ ਵੱਧ ਗਈ, ਆਦਮੀ ਦੀ ਬੁਰਾਈ ਧਰਤੀ ਉੱਤੇ ਵੱਧ ਗਈ, ਔਰ ਉਸ ਦੇ ਮਨ ਦੇ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਬੁਰੀ ਹੀ ਰਹਿੰਦੀ ਹੈ। ਭਾਵਨਾ ਬੁਰੀ ਕਿਵੇਂ ਰਹਿੰਦੀ ਹੈ? ਅੱਜ ਕੁਝ ਸਾਡੇ ਹੱਥਾਂ ਵਿੱਚ, ਸਾਡੇ ਲੋਕਾਂ ਦੇ ਮਤਲਬ ਸਾਡੇ ਸਮੇਂ ਦੇ ਬੱਚੇ ਬੱਚੀਆਂ ਦੇ ਅੰਦਰ, ਉਹਨਾਂ ਦੇ ਹੱਥਾਂ ਵਿੱਚ ਕੁਝ ਵੈਰੀ ਨੇ ਫੜਾ ਦਿੱਤਾ ਹੈ ਕਿ ਉਹਨਾਂ ਦੇ ਪਵਿੱਤਰਤਾਈ ਉਹਨਾਂ ਵਿੱਚ ਨਾ ਰਹਿ ਜਾਏ, ਪਰਮੇਸ਼ਰ ਦਾ ਡਰ ਨਾ ਰਹਿ ਜਾਏ। ਕੀ ਫੜਾ ਦਿੱਤਾ ਖੁਦਾ ਸ਼ੈਤਾਨ ਨੇ? ਯਾਦ ਰੱਖੋ, ਸਾਇੰਸ ਜਿਹੜੀ ਹੈ ਔਰ ਇਹਦੇ ਬਾਰੇ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਯੁੱਗ ਦੇ ਨਬੀ ਨੇ ਇੱਕ ਆਦਮੀ ਨੂੰ ਨਾਲ ਲਿਆ ਔਰ ਉਹਨੂੰ ਪੁੱਛਿਆ ਕਿ ਆ ਜਿਹੜਾ ਪ੍ਰੋਜੈਕਟਰ ਬਣ ਰਿਹਾ ਹੈ, ਆਓ ਹਾਂ ਚੱਲੀਏ ਵੇਖੀਏ ਵੀ ਕੋਈ ਇੱਥੇ ਬਾਈਬਲ ਪੜ੍ਹਨ ਵਾਲਾ ਹੈਗਾ ਪ੍ਰੋਜੈਕਟ ਵਿੱਚ। ਉਹ ਗਏ, ਇੱਕ ਨੂੰ ਪੁੱਛਿਆ ਕੋਈ ਇੱਥੇ ਸੁਸਮਾਚਾਰ ਪੜ੍ਹਨ ਵਾਲਾ, ਬਾਈਬਲ ਪੜ੍ਹਨ ਵਾਲਾ ਹੈਗਾ? ਉਹ ਕਹਿੰਦੇ ਨਹੀਂ ਜੀ, ਸਾਡੇ ਲਈ ਸਾਡਾ ਟੈਲੀਵਿਜ਼ਨ ਹੈ, ਸਾਨੂੰ ਉਹਦੇ ਤੋਂ ਹੀ ਬੜੀ ਸੰਤੁਸ਼ਟੀ ਹੈ ਔਰ ਸਾਡਾ ਉਹੀ ਸਭ ਕੁਝ ਹੈ, ਅਸੀਂ ਉਸੇ ਨੂੰ ਵੇਖਦੇ ਹਾਂ ਟੈਲੀਵਿਜ਼ਨ ਵਿੱਚ। ਮੇਰਾ ਜੀਜੋ, ਹੁਣ ਟੈਲੀਵਿਜ਼ਨ ਤੇ ਘਰ ਦੇ ਨੁਕਰੇ ਸੀ, ਹੁਣ ਕੀ ਆ? ਹੁਣ ਹੱਥਾਂ ਵਿੱਚ ਮੋਬਾਈਲ ਹੈ।
और इन्हें मनुखा की भावना सारा दिन बुरी करके रख दी। और कोई नहीं कह सकता कि मैं अपना समा बाइबल नहीं कट रहा। नहीं, वो कहते ने मेरा समा मेरे मोबाइल लिए है और मेरी मर्जी है, मैं बाइबल पढ़ा या ना पढ़ा, दुआ करा या ना करा, पर मेरे लिए मेरी बाइबल नहीं, मेरे लिए मेरा मोबाइल फोन है। इस तरह नूह दे दिनां विच होया सी और नूह दे दिनां विच सारा दिन मनुख दी भावना बुरी ही रहिंदी सी। और खुदा दा वचन दस रहा है और लिखिया है 6वीं आयत, तां यहोवा ने आदमी दे धरती उत्ते बनाउण तो यहोवा बहुत रंज होया अते ओ मन विच दुखी होया। तद यहोवा ने आख्या, मैं आदमी नूं जिन्नू मैं उत्पत कीता है करदा हां, आदमी नूं, डंगर नूं, किसन वाले नूं, आकाश दे पंछी नूं और जमीन दे उत्ते उतों मिटा देंगा, क्योंकि मैनू उन्हां दे बनाउण तो बड़ा रंज होया है। अज सानू जरूर छाती मारनी चाहिए है कि साडा प्रभु साडे जीवन तो दुखी ते नहीं हो गया, कि साडा प्रभु साडे जीवन तो दुखी ते नहीं। फिर वो सानू किस तरह वेखना चाहता है? वो सानू अपने चरनां विच वेखना चाहता है, वो सानू दुआ करदियां वेखना चाहता, क्योंकि लिखिया रब सचमुच उसदी सुनता है दुआ जो उस तो मांगता है। इस करके वेखो चाचे मारो, आओ जतन करिए भी असी दुआ लई समा कढीए। मैनू भी बड़ा दुख लगता है जब मैं दुनिया वाल देखता हाँ और शर्मसार असी हो जाते हाँ कि इहो जे हालात, हाँ इहो जे हालात यीशु मसीह ने कहा सी। उन्हें लूका 17:26 च कहा सी, जिस तरह नूह दे दिनां विच होया उस तरह मनुख दे पुत्र दे दिनां विच भी होवेगा। अजीजो, मैं तुहाडे सामने 13 आयत नूं पढ़ देना चाहुंदा हाँ, उत्पत्ति 6:13। फिर छेती असी अगे लूत दे दिनां विच जावांगे। सो परमेश्वर ने नूह नूं आख्या कि सर्बत शरीरां दा अंत काल मेरे सामने इसलिए आ गया है कि धरती उन्हां दे कारण जुल्म नाल भर गई है। देख मैं उन्हां नूं धरती दे संग नाश करांगा, तू अपने लिए एक किश्ती गोफर दी लकड़ी तो बना। उन्हां दिनां विच सारी धरती च किन्ने क लोग बचने सी? हजारां करोड़ां नहीं सी बचने, हजारां ते सैकड़े भी नहीं सी बचने। नूह दे दिनां विच किन्नियां जानां बचियां ने? 1 2 3 4 5 6 7 ते 8 जानां बचियां। वो भी इस करके कि दिन किहदे सी? नूह दे। और नूह परमेश्वर तो बहुत डरदा सी और बहुत कंबदा सी और खुदा दे अगे डर दे नाल जिंदगी गुजारदा सी। इसे करके वो धर्मी पुरख सीगा और खुदा धर्मियां दे नाल गल करदा है। इस करके मेरे अजीजो, मैं तुहानू उत्पत्ति 19 दे विच लैके चलिया हाँ। लूत दे दिनां विच, लूत दे दिनां विच मैं तुहानू लैके जा रहा हाँ। लूत दे दिनां दे विच
ਪ੍ਰਭੂ ਤੁਹਾਨੂੰ ਬਹੁਤ ਵੱਡੀ ਕਿਰਪਾ ਦੇਵੇ। ਮੈਂ ਤੁਹਾਡੇ ਸਾਹਮਣੇ ਲੂਤ ਦੇ ਦਿਨ ਰੱਖਣ ਲਈ ਜਾ ਰਿਹਾ ਹਾਂ, ਜੋ ਉਤਪਤੀ 18 ਦੀ ਆਖਰੀ ਇੱਕ ਆਇਤ ਪੜ੍ਹਨੀ ਚਾਹੁੰਦਾ ਹੈ। 32 ਆਇਤ ਹੈ। 32 ਆਇਤ ਵਿੱਚ ਕੌਣ ਖਲੋਤਾ ਹੋਇਆ ਹੈ? ਖੁਦਾ ਉਤਰਿਆ ਹੋਇਆ ਹੈ। ਅਬਰਾਹਮ ਦੇ ਘਰ ਵਿੱਚ ਉਸਨੇ ਰੋਟੀ ਖਾਧੀ ਹੈ ਔਰ 2 ਫਰਿਸ਼ਤੇ ਸਦੂਮ ਤੇ ਅਮੂਰਾ ਨੂੰ ਚਲੇ ਗਏ ਨੇ ਔਰ ਖੁਦਾ ਔਰ ਉਸ ਦਾ ਬਹੁਤ ਹੀ ਪਿਆਰਾ ਨਬੀ ਅਬਰਾਹਮ, ਜਿਸ ਨੂੰ ਖੁਦਾ ਨੇ ਕਿਹਾ ਮੈਂ ਅਬਰਾਹਮ, ਇਜ਼ਹਾਕ ਤੇ ਯਾਕੂਬ ਦਾ ਖੁਦਾ। ਹੁਣ ਖੁਦਾ ਖੜਾ ਹੈ ਤੇ ਅਬਰਾਹਮ ਨੂੰ ਕਹਿਣ ਡਿਆ, ਅਬਰਾਹਮ, ਜੋ ਕੁਝ ਮੈਂ ਕਰਨ ਵਾਲਾ ਹਾਂ ਮੈਂ ਤੇਰੇ ਤੋਂ ਲੁਕਾ ਨਹੀਂ ਸਕਦਾ। ਸਦੂਮ ਤੇ ਅਮੂਰਾ ਦਾ ਰੌਲਾ, ਕਾਹਦਾ ਰੌਲਾ ਸੀ? ਪਾਪ ਦਾ ਰੌਲਾ ਸੀ, ਬਦੀਆਂ ਦਾ ਰੌਲਾ ਸੀ, ਬੁਰਾਈਆਂ ਦਾ ਰੌਲਾ ਸੀ, ਖੂਨ ਖਰਾਬੇ ਦਾ ਰੌਲਾ ਸੀ, ਮਾਰ ਕੁੱਟ ਦਾ ਰੌਲਾ ਸੀ ਔਰ ਬਹੁਤ ਬੁਰਾ ਰੌਲਾ ਸੀਗਾ। ਔਰ ਉਸਨੇ ਕਿਹਾ ਮੈਂ ਸਦੂਮ ਤੇ ਅਮੂਰਾ ਦਾ ਰੌਲਾ ਮੇਰੀ ਸਨਮੁਖ ਅਪੜਿਆ ਹੈ। ਹੁਣ ਮੈਂ ਇਸ ਲਈ ਆਇਆ ਹਾਂ ਕਿ ਮੈਂ ਉਸ ਨੂੰ ਵੇਖਾਂ। ਮੇਰੇ ਅਜੀਜ਼ੋ, ਜਦੋਂ ਖੁਦਾ ਉੱਤਰ ਆਉਂਦਾ ਹੈ ਤੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ, ਸਮਝ ਲੋ ਧਰਤੀ ਦੀ ਸ਼ਾਮਤ ਆ ਚੁੱਕੀ। ਕਿਉਂਕਿ ਖੁਦਾ ਚੱਲਦਾ ਜਦੋਂ ਉਹ ਨਹੀਂ ਚੱਲ ਸਕਦਾ ਤੇ ਫਿਰ ਉਹ ਧਰਤੀ ਦੇ ਉੱਤੇ ਬਵਾ, ਬਿਮਾਰੀਆਂ, ਪਾਣੀ, ਅੱਗ ਅਤੇ ਗੰਧਕ ਬਰਸਾ ਸਕਦਾ ਹੈ ਜੋ ਉਹਦੇ ਕੋਲ ਹੈ ਸਭ ਕੁਝ। ਤੇ ਸਾਡੀਆਂ ਜਾਨਾਂ ਆਓ ਆਪਣੇ ਸਿਰਾਂ ਨੂੰ ਝੁਕਾ ਕੇ ਆਖੀਏ, ਸਾਡੀਆਂ ਜਾਨਾਂ ਬਚਦਾ। ਹੁਣ ਮੈਂ ਤੁਹਾਡੇ ਸਾਹਮਣੇ ਇੱਥੇ 32 ਆਇਤ ਰੱਖ ਰਿਹਾ ਹਾਂ। ਉਤਪਤੀ 18:32। ਫਿਰ ਉਸਨੇ ਆਖਿਆ, ਪ੍ਰਭੂ ਕ੍ਰੋਧਵਾਨ ਨਾ ਹੋਵੇ ਤਾਂ ਮੈਂ ਇੱਕੋ ਵਾਰ ਹੀ ਫੇਰ ਗੱਲ ਕਰਾਂਗਾ, ਸ਼ਾਇਦ ਉੱਥੇ 10 ਧਰਮੀ ਲੱਭਣ। ਧਰਮੀਆਂ ਦੀ ਗੱਲ 50ਵਾਂ ਤੋਂ ਸ਼ੁਰੂ ਹੋਈ। ਸਦੂਮ ਤੇ ਅਮੂਰਾ ਲੱਖਾਂ ਲੋਕ ਉਹਦੇ ਸ਼ਹਿਰਾਂ 'ਚ ਵਸਦੇ ਸਨ। ਖੁਦਾ ਧਰਮੀ ਲੱਭ ਰਿਹਾ ਸੀ ਔਰ ਅਬਰਾਹਮ ਵੀ ਧਰਮੀਆਂ ਦੀ ਸਿਫਾਰਿਸ਼ ਕਰ ਰਿਹਾ ਸੀ। ਔਰ ਮੈਂ ਦੱਸਣਾ ਚਾਹੁੰਦਾ ਹਾਂ, ਲੱਖਾਂ ਕਰੋੜਾਂ ਲੋਕਾਂ ਦੇ ਵਿੱਚੋਂ 10 ਵੀ ਧਰਮੀ ਨਹੀਂ ਲੱਭੇ। ਕਹਿਣ ਨੂੰ ਤੇ ਬਹੁਤ ਲੋਕ ਕਹਿੰਦੇ ਨੇ ਵੀ ਅਸੀਂ ਧਰਮੀ ਆ, ਪਰ ਖੁਦਾ ਦੀਆਂ ਨਜ਼ਰਾਂ ਵਿੱਚ ਧਰਮੀ ਮਤਲਬ ਦਿਸਣਾ ਮੁਬਾਰਕ ਹੈ। ਮੇਰੇ ਅਜ਼ੀਜ਼ੋ, ਖੁਦਾ ਤੁਹਾਨੂੰ ਬਹੁਤ ਵੱਡੀ ਕਿਰਪਾ ਦੇਵੇ। ਧਰਮੀ ਨਹੀਂ ਲੱਭੇ ਧਰਮੀ। 10 ਵੀ ਹੈ ਨਹੀਂ ਸੀ। ਨੂਹ ਦੇ ਦਿਨਾਂ 'ਚ 8 ਲੱਭ ਗਏ ਸੀ, ਇੱਥੇ 10 ਵੀ ਧਰਮੀ ਹੈ ਨਹੀਂ ਸੀ। ਪ੍ਰਭੂ ਬਹੁਤ ਵੱਡੀ ਕਿਰਪਾ ਦੇਵੇ। ਤੋਂ ਮੈਂ 19 ਅਧਿਆਏ ਦੀ ਤੁਹਾਡੇ ਸਾਹਮਣੇ 11 ਆਇਤ ਰੱਖਣੀ ਚਾਹੁੰਦਾ ਹਾਂ। ਔਰ ਲਿਖਿਆ ਹੈ, ਜਿਹੜੇ ਮਨੁੱਖ ਬੂਹੇ ਦੇ ਅੱਗੇ ਸਨ, ਉਹਨਾਂ ਨੇ ਉਹਨੂੰ ਕੀ ਛੋਟਾ ਕੀ ਵੱਡਾ ਅੰਨੇ ਕਰ ਦਿੱਤਾ। ਇੱਥੋਂ ਤੀਕ ਕਿ ਉਹ ਬੂਹਾ ਲੱਭਦੇ ਥੱਕ ਗਏ। ਕਿਹਦੇ ਬੂਹੇ ਨੂੰ ਲੱਭ ਰਹੇ ਸਨ? ਉਹ ਲੂਤ ਦਾ ਬੂਹਾ ਲੱਭ ਰਹੇ ਸੀ। ਲੂਤ ਦੇ ਕੋਲ ਉਹਦੀਆਂ 2 ਧੀਆਂ ਸੀ ਔਰ 2 ਫਰਿਸ਼ਤੇ ਉਤਰੇ ਹੋਏ ਸੀ। ਹਰਾਮਕਾਰੀ ਔਰ ਪਾਪ ਔਰ ਦਿਲ ਇੰਨੇ ਬੁਰੇ ਕਿ ਉਹ ਨੂੰਹ ਦਾ ਬੂਹਾ ਭੰਨਣ ਦੇ ਹੋਏ ਸਨ। ਔਰ ਉਹ ਕਹਿ ਰਹੇ ਸਨ ਕਿ ਜਿਹੜੇ
तेरे कोल दो उतरे ने सानू उन्हां नाल मिला। और तुसी आप पढ़ लेना फिर, प्रभु तुहानू बहुत वड्डी किरपा देवे। किन्नी घबराई सी, 19 अध्याय पूरा उत्पत्ति दा पढ़ियो, क्योंकि ये लूत दे दिन, यीशु मसीह ने पहला नूह दे दिनां दी गल कीती है, फिर उन्हें लूत दे दिनां दी गल कीती है। इस करके असीं जो इन्हां दिनां दे अंदर, जिन्हां विच मैं ते तुसीं हां, और ये दिन एक मनुख दे पुत्र दे दिन हन। प्रभु बहुत वड्डी किरपा देवे। हुण असीं वेखदे हां, उन्हां दो दूतां ने, उन्हां दो फरिश्तियां ने की कीता। ये जिन्ने निक्के वड्डे जिन्ने भी बूहा भन रहे सन, उन्हां नूं अन्ना कर दिता। वो सारे अन्ने हो गए, और रात वो लूत दा बूहा लभदे रहे, पर उन्हां नूं नहीं लभा। प्रभु किरपा देवे। 7वीं आयत विच तुहाडे सामने हाजिर हुंदा हां। लिखिया तां इउं होया, जादों उन्हां नूं बाहर लाए तां उसने आख्या, अपनी जान लैके भज जा। दो जेड़े दूत सी, उन्हां ने आख्या, लूत छेती कर, अपने घर चों निकल। और उन्हें अपनियां दो धीआं ते घर दी नूं लिया, और उन्होंने आख्या, लूत छेती कर, अपनी जान लैके भज जा। मेरे अजीजो, जदों खुदा दा फरिश्ता उतरदा है, ते वचन च लिखिया है, यशाया 37 दी 36 विच लिखिया, एक दूत आसमानों उतरिया, ते जिन्ना फौजां ने यरूशलेम नूं घेरिया होया सी, उन्हां विचों उन्हें 1,85,000 मार दिते। दूत दे सामने खलोना कोई सौखी गल नहीं, कोई यहोवा दा दूत। हुण दो दूत ने, और वो कह रहे ने, छेती कर। लिखिया, अपने पिछे ना वेखी, अपनी जान लैके। जद वो उन्हां नूं बाहर ले आए, तां उसने आख्या, अपनी जान लैके भज जा, अपने पिछे ना वेखी। और सारे दूण विच किते ना ठहरी, पहाड़ नूं भज जा, अजिहा ना होवे कि तू भस्म हो जावें। पर लूत ने उन्हां नूं आख्या, मेरे प्रभुओ, अजिहा ना करना, अजिहा ना करना। वेखो, तुहाडा दास ओ तुहाडी किरपा दी निगाह विच होई है, और तुसां अपनी दया नूं जो मेरी जान उत्ते जिंदा रखण लई कीती है, मेरा अपना हाथ वधा के मैनूं बचाया है। पहाड़ ताईं मैं दौड़ नहीं सकता, बच्चियां ने नाल, घरवाली नाल है, मैं उत्थे तक दौड़ नहीं सकता। उस छोटा जिहा पिंड सूअर पिंड है, कहंदा मैनूं उत्थे वड़ लैण दिओ, मैनूं दौड़ लैण दिओ। और उन्हें आख्या, जा तेनों असीं इस गल विच मन ला, भज जा, पिछे नहीं मुड़ के वेखना। और जदों उहदे घरवाली ने पिछे मुड़ के वेख्या, वो लून दा खंबा बन गई हुई सी। और जदों साडी बस इस इसराइल दे इलाके विचों दी लंघ रही सी, जिथे सदूम ते अमूरा है, वो सारी दुनिया नूं कहंदा कि मैं तुहानूं नमक, सारी दुनिया नूं साल्ट सप्लाई कर सकता। ये क्यों हो गया? क्योंकि सदूम ते अमूरा कदे बागे अदन वर्गा सी, जिहड़ा बुराई दे नाल भस्म हो गया। और लिखा है,
20 ਆਇਤ ਪੜ੍ਹਨੀ ਚਾਹੁੰਦਾ ਹਾਂ। ਔਰ ਲਿਖਿਆ ਹੈ, ਵੇਖੋ ਨਾ ਇਹ ਨਗਰ ਭੱਜਣ ਲਈ ਨੇੜੇ ਹੈ ਔਰ ਇਹ ਨਿੱਕਾ ਜਿਹਾ ਵੀ ਹੈ, ਮੈਨੂੰ ਉੱਥੇ ਭੱਜ ਜਾਣ ਦਿਓ। ਵੀ ਉਹ ਨਿੱਕਾ ਨਹੀਂ, ਸੋ ਮੇਰੀ ਜਾਨ ਜਿਉਂਦੀ ਰਹੇ। ਤਾਂ ਉਸਨੇ ਉਹਨਾਂ ਨੂੰ ਆਖਿਆ, ਵੇਖੋ ਇਸ ਗੱਲ ਵਿੱਚ ਵੀ ਉਹਨਾਂ ਨੇ ਆਖਿਆ, ਤੈਨੂੰ ਮੰਨ ਲਿਆ, ਮੈਂ ਇਸ ਨਗਰ ਨੂੰ ਜਿਹਦੇ ਤਾਈਂ ਤੂੰ ਗੱਲ ਕੀਤੀ ਨਹੀਂ ਟਾਵਾਂਗਾ। ਚਲੇ ਜਾ ਲੂਤ, ਚਲੇ ਜਾओ, तेरा नगर बच जाएगा, वो तेरा नगर बच जाएगा, तू चला जा। जादू लोग गए, किन्ने जाने लोग गए? 3 जाने। कारवाड़ी नमक दा खंबा बन गए। 2 ਧੀਆਂ ਭੱਜੀਆਂ ਜਾ ਰਹੀਆਂ ਸੀ ਆਪਣੇ ਬਾਪ ਦੇ ਨਾਲ, ਔਰ ਅਸੀਂ ਦੇਖਦੇ ਹਾਂ ਕਿ ਉਹ ਬਾਪ ਦੇ ਨਾਲ ਦੌੜ ਰਹੀਆਂ ਸਨ। ਜਦੋਂ ਹੀ ਉਹ ਉਸ ਨਿੱਕੇ ਜਿਹੇ, ਸ਼ੂਰ ਦਾ ਮਤਲਬ ਹੈ ਨਿੱਕਾ, ਔਰ ਉਹ ਨਿੱਕੇ ਪਿੰਡ ਵਿੱਚ ਜਾ ਵੜੇ, ਅੱਗ ਅਤੇ ਗੰਧਕ ਉੱਪਰੋਂ ਬਰਸੀ, ਅੱਗ ਅਤੇ ਗੰਧਕ ਉੱਪਰੋਂ ਬਰਸੀ, ਔਰ ਉਹ ਸਾਰੇ ਇਲਾਕੇ ਦਾ ਨਾਸ਼ ਹੋ। ਜਦੋਂ ਮੈਂ ਉਸ ਇਲਾਕੇ ਨੂੰ ਵੇਖ ਰਿਹਾ ਸੀ, ਇਹ ਨਬੋ ਪਰਬਤ ਤੋਂ ਥੱਲੇ ਹੈ। ਜਦੋਂ ਨਬੋ ਪਰਬਤ ਤੋਂ ਥੱਲੇ ਮੈਂ ਇਹਨੂੰ ਦੇਖ ਰਿਹਾ ਸੀ, ਪਹਾੜਾਂ ਦੇ ਵਿੱਚੋਂ ਦੀ ਅੱਗ ਲੰਘ ਗਈ ਹੋਈ ਸੀ। ਮੈਂ ਇਸ ਗੱਲ ਦਾ ਗਵਾਹ ਹਾਂ। ਮੈਂ ਸਦੂਮ ਦੇ ਇਲਾਕੇ ਨੂੰ ਦੇਖਿਆ, ਅਮੂਰਾ ਦੇ ਇਲਾਕੇ ਨੂੰ ਦੇਖਿਆ, ਬਹੁਤ ਬੁਰਾ ਹਾਲ ਹੋਇਆ। ਔਰ ਹੁਣ ਮੈਂ ਤੁਹਾਡੇ ਸਾਹਮਣੇ ਫੇਰ ਉਹੀ ਆਇਤ ਰੱਖਣੀ ਚਾਹੁੰਦਾ ਹਾਂ ਜੋ ਲੂਕਾ 17:26 ਹੈ। ਪ੍ਰਭੂ ਬਹੁਤ ਵੱਡੀ ਬਰਕਤ ਦੇਵੇ। ਲੂਕਾ 17:26 ਔਰ ਇੱਥੇ ਲਿਖਿਆ ਹੈ, ਔਰ ਜਿਸ ਤਰ੍ਹਾਂ ਨੂਹ ਦੇ ਦਿਨਾਂ ਵਿੱਚ ਹੋਇਆ ਸੀ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚ ਵੀ ਹੋਵੇਗਾ। ਉਹ ਖਾਂਦੇ ਪੀਂਦੇ, ਵਿਆਹ ਕਰਦੇ, ਵਿਆਹੇ ਜਾਂਦੇ ਸਨ। ਉਸ ਦਿਨ ਤੀਕ ਕਿ ਨੂਹ ਕਿਸ਼ਤੀ ਉੱਤੇ ਚੜਿਆ, ਪਰਲੋ ਆਈ ਅਤੇ ਸਭਨਾਂ ਦਾ ਨਾਸ਼ ਕੀਤਾ। ਔਰ ਜਿਸ ਤਰ੍ਹਾਂ ਲੂਤ ਦੇ ਦਿਨਾਂ ਵਿੱਚ ਹੋਇਆ ਸੀ, ਉਹ ਖਾਂਦੇ ਪੀਂਦੇ, ਮੁੱਲ ਲੈਂਦੇ, ਵੇਚਦੇ, ਬੀਜਦੇ, ਘਰ ਬਣਾਉਂਦੇ ਸਨ। ਪਰ ਜਿਸ ਦਿਨ ਲੂਤ ਸਦੂਮ ਤੋਂ ਨਿਕਲਿਆ, ਅੱਗ ਅਤੇ ਗੰਧਕ ਆਕਾਸ਼ੋਂ ਬਰਸੀ ਅਤੇ ਸਭਨਾਂ ਦਾ ਨਾਸ਼ ਕੀਤਾ। ਇਸੇ ਤਰ੍ਹਾਂ ਉਸ ਦਿਨ ਹੋਵੇਗਾ ਜਾਂ ਮਨੁੱਖ ਦਾ ਪੁੱਤਰ ਪ੍ਰਗਟ ਹੋਵੇਗਾ। ਮੇਰੇ ਅਜੀਜ਼ੋ, ਮਨੁੱਖ ਦਾ ਪੁੱਤਰ ਪ੍ਰਗਟ ਹੋ ਕੇ ਚਲਾ ਗਿਆ। ਦਿਨ ਕਿਹੜੇ ਨੇ? ਬਾਈਬਲ ਸਾਨੂੰ ਇਜਾਜ਼ਤ ਨਹੀਂ ਦਿੰਦੀ। ਦਿਨ ਬਹੁਤ ਬੁਰੇ ਦਿਨ ਨੇ। ਬੜੀ ਚੰਗੀ ਹੈ, ਸਾਡੀ ਜਾਨ ਨਾਲੋਂ ਵੱਧ ਕੋਈ ਪਿਆਰੀ ਚੀਜ਼ ਨਹੀਂ ਹੈ। ਸਾਡੀ ਜਾਨ ਨਾਲੋਂ ਸੋਨਾ ਵੱਧ ਪਿਆਰਾ ਨਹੀਂ, ਪੈਸੇ ਵੱਧ ਪਿਆਰੇ ਨਹੀਂ, ਟੈਲੀਫੋਨ ਵੱਧ ਪਿਆਰਾ ਨਹੀਂ, ਮੋਬਾਈਲ ਵੱਧ ਪਿਆਰਾ ਨਹੀਂ। ਸਾਨੂੰ ਆਪਣੀ ਜਾਨ ਬਚਾ ਲੈਣੀ ਚਾਹੀਦੀ ਹੈ। ਭਾਈ ਭੈਣੋ, ਪ੍ਰਭੂ ਤੁਹਾਨੂੰ ਬਹੁਤ ਵੱਡੀ ਕਿਰਪਾ ਦੇਵੇ ਕਿ ਬਾਬਾ ਆ ਨਹੀਂ ਪਹੁੰਚੀ, ਕਿ ਹਜ਼ਾਰਾਂ ਲੋਕ ਨਹੀਂ ਇੱਕ ਦਿਨ 'ਚ ਡਿੱਗ ਰਹੇ, ਕਿ ਲੱਖਾਂ ਲੋਕ ਨਹੀਂ ਮਰ ਗਏ। ਆਓ ਅਸੀਂ ਅੱਖਾਂ ਨੂੰ ਬੰਦ ਕਰੀਏ, ਦੁਆ ਕਰੀਏ। ਸਾਡੇ ਪਿਆਰੇ ਖੁਦਾਵੰਦ ਯਿਸੂ ਮਸੀਹ, ਅਸੀਂ ਤੇਰੀ ਹਜ਼ੂਰੀ 'ਚ ਨੀਵੇਂ ਹੋ ਕੇ, ਆਜਿਜ਼ ਹੋ ਕੇ ਦੁਆ ਕਰਦੇ ਹਾਂ। ਪ੍ਰਭੂ, ਉਹਨਾਂ ਦੁਖੀ ਹੋਏ ਪਰਿਵਾਰਾਂ ਦੇ ਲਈ, ਉਹਨਾਂ ਦੇਸ਼ਾਂ ਦੇ ਲਈ ਜਿਨ੍ਹਾਂ ਨੇ ਕਰੋਨਾ ਵਾਇਰਸ ਅੱਗੇ ਹੱਥ ਖੜੇ ਕਰ ਦਿੱਤੇ ਨੇ, ਔਰ ਪ੍ਰਭੂ ਤੂੰ ਹੀ ਕਿਰਪਾ ਕਰੇਗਾ ਕਿ ਲੋਕ ਬਚ ਜਾਣਗੇ।
ਔਰ ਜੇ ਤੇਰੀ ਕਿਰਪਾ ਨਾ ਹੋਈ, ਲੋਕ ਮੌਤ ਦੇ ਅੱਗੇ ਅੱਗੇ ਭੱਜ ਰਹੇ ਨੇ। ਇਹਨਾਂ ਦਿਨਾਂ ਦੇ ਅੰਦਰ ਲੋਕ ਮੌਤ ਤੋਂ ਭੱਜੇ ਫਿਰਦੇ ਨੇ। ਮੈਂ ਮਰ ਨਾ ਜਾਵਾਂ, ਪਰ ਪ੍ਰਭੂ ਯਿਸੂ ਮਸੀਹ ਜਿਹੜੇ ਤੇਰੇ ਸਾਹਮਣੇ ਝੁਕ ਜਾਣਗੇ, ਜਿਹੜੇ ਤੇਰੇ ਸਾਹਮਣੇ ਚਿਲਾ ਉੱਠਣਗੇ ਔਰ ਕਹਿਣਗੇ ਪ੍ਰਭੂ ਮੈਨੂੰ ਬਚਾ ਦੇ, ਮੇਰੇ ਜੀਵਨ ਤੇ ਜਾ ਕਰ ਦੇ, ਪ੍ਰਭੂ ਤੂੰ ਜ਼ਰੂਰ ਉਹਨਾਂ ਦੀਆਂ ਪ੍ਰਾਰਥਨਾ ਸੁਣੇਗਾ, ਕਿਉਂਕਿ ਲਿਖਿਆ ਹੈ ਰੱਬ ਸੱਚਮੁੱਚ ਉਸ ਦੀ ਸੁਣਦਾ ਹੈ ਦੁਆ ਜੋ ਉਸ ਤੋਂ ਮੰਗਦਾ ਹੈ। ਪ੍ਰਭੂ ਤੇਰੀ ਕਿਰਪਾ ਤੇਰੇ ਬੱਚਿਆਂ ਦੇ ਨਾਲ ਸਾਰੀ ਦੁਨੀਆ ਤੋਂ ਇਹ ਬਵਾ ਟਲ ਜਾਵੇ। ਅਸੀਂ ਨਹੀਂ ਜਾਣਦੇ ਕਿੰਨਾ ਚਿਰ ਹੋ ਰਵੇਗੀ, ਪਰ ਪ੍ਰਭੂ ਤੂੰ ਸਾਡੇ ਲੁਕਣ ਦਾ ਥਾਂ ਹੈ, ਤੂੰ ਸਾਡਾ ਉੱਚਾ ਗੜ੍ਹ ਹੈ, ਤੂੰ ਸਾਡਾ ਮਜ਼ਬੂਤ ਕਿਲਾ ਹੈ। ਪ੍ਰਭੂ ਜੀ ਅਸੀਂ ਲਿਖਿਆ ਹੈ ਧਰਮੀ ਲੁਕ ਜਾਏਗਾ, ਜਦੋਂ ਬਿਪਤਾ ਆਵੇਗੀ ਤੇ ਧਰਮੀ ਲੁਕ ਜਾਏਗਾ, ਕਿਉਂਕਿ ਉਹਦੇ ਲੁਕਣ ਦਾ ਥਾਂ ਹੈ। ਪ੍ਰਭੂ ਅੱਜ ਤੂੰ ਸਾਡੇ ਲੁਕਣ ਦਾ ਥਾਂ ਹੈ। ਅਸੀਂ ਬੜੇ ਧਰਮੀ ਨਹੀਂ ਹਾਂ, ਪਰ ਤੂੰ ਸਾਨੂੰ ਬਚਾ ਲਾ ਪ੍ਰਭੂ, ਤੂੰ ਬਚਾਵੇਂਗਾ ਤੇ ਅਸੀਂ ਬਚ ਜਾਵਾਂਗੇ। ਤੇਰੀ ਕਿਰਪਾ ਤੇਰੇ ਬੱਚਿਆਂ ਦੇ ਨਾਲ ਹੋਵੇ। ਜਿਹੜੇ ਸੁਣ ਰਹੇ ਨੇ ਪ੍ਰਭੂ ਤੂੰ ਉਹਨਾਂ ਨੂੰ ਬਰਕਤ ਦੇ, ਜਿਹੜੇ ਫੇਸਬੁੱਕ ਤੋਂ ਸੁਣ ਰਹੇ ਨੇ, YouTube ਤੋਂ ਸੁਣ ਰਹੇ ਨੇ, ਪ੍ਰਭੂ ਤੂੰ ਉਹਨਾਂ ਸਭਨਾਂ ਦੇ ਨਾਲ ਹੋਣਾ, ਸਭਨਾਂ ਨੂੰ ਅੱਜ ਦਾ ਸੰਦੇਸ਼ ਬਰਕਤ ਦੇਵੇ। ਤੇਰਾ ਧੰਨਵਾਦ। ਦੁਆ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ।